ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ, ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸ਼ੁਕਰ। ਵਾਹਿਗੁਰੂ ਜੀ, ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਪਾਵਨ ਅੰਗ 70 ਦੇ ਉੱਪਰ ਅੰਕਿਤ ਸਤਿਗੁਰੂ ਜੀ ਦੇ ਪਾਵਨ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦੀ ਵਿਚਾਰ ਕਰਾਂਗੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਹ 8 ਅਸ਼ਟਪਦੀਆਂ ਸ੍ਰੀ ਰਾਗ ਵਿੱਚ, ਉਹਨਾਂ ਵਿੱਚੋਂ ਆਖਰੀ ਅਸ਼ਟਪਦੀ ਚੱਲ ਰਹੀ ਹੈ। 4 ਪਦਿਆਂ ਦੀ ਵਾਹਿਗੁਰੂ 5 ਪਦਿਆਂ ਦੀ ਵਿਚਾਰ ਆਪਾਂ ਪਿਛਲੇ ਐਪੀਸੋਡ ਕੀਤੀ ਸੀ। ਅੱਜ ਇਹ ਜਗ ਜਲਤਾ ਦੇਖ ਕੈ, ਭਜ ਪਏ ਸਤਿਗੁਰ ਸ਼ਰਣਾ। ਜਗਤ ਸੜ ਰਿਹਾ ਹੈ ਔਗਣਾ ਵਿੱਚ। ਜਦੋਂ ਕੋਈ ਕਹਿੰਦਾ ਨਾ, ਮੇਰੀ ਪਤਨੀ ਮੇਰੀਆਂ ਭਾਵਨਾਵਾਂ ਨਹੀਂ ਸਮਝ ਰਹੀ, ਇਹ ਬੱਚਿਆਂ ਨੂੰ ਸੰਸਕਾਰ ਨਹੀਂ ਦੇ ਰਹੀ, ਤਾਂ ਉਹ ਹਮੇਸ਼ਾ ਇਹ ਕਹਿੰਦੇ ਮੇਰੀ ਪਤਨੀ ਨੂੰ ਸਮਝਾਓ। ਪਤਨੀ ਕਹੇਗੀ ਮੇਰਾ ਪਤੀ ਭਾਵਨਾ ਨਹੀਂ ਸਮਝਦਾ, ਹਰ ਵੇਲੇ ਝਿੜਕਦਾ ਏ, ਇਹ ਬੱਚਿਆਂ ਨੂੰ ਨਹੀਂ ਸੰਭਾਲਦਾ, ਸਾਰਾ ਮੈਂ ਮੇਰੀ ਮੇਰੇ ਕਰਮ ਨਹੀਂ ਦਿਸਦੇ, ਇਸ ਨੂੰ ਮੇਰੀ ਮਿਹਨਤ ਨਹੀਂ ਦਿਸਦੀ, ਇਹਨਾਂ ਨੂੰ ਸਮਝਾਓ। ਐਸਾ ਕੋਈ ਨਹੀਂ ਕਹਿੰਦਾ ਕਿ ਇਹ ਘਰ ਵਿੱਚ ਇਦਾਂ ਵਾਪਰ ਗਿਆ, ਕਿਉਂ ਵਾਪਰ ਗਿਆ, ਮੈਨੂੰ ਸਮਝਾਓ। ਤੇ ਜੇ ਕਿਤੇ ਕਹਿ ਬੈਠੇ ਕਿ ਤੇਰੀ ਆਹ ਕਮਜ਼ੋਰੀ ਹੈ, ਓਏ ਹੋਏ, ਫਿਰ ਉਹ ਸਗੋਂ ਪਹਿਲਾਂ ਦੁੱਖਾਂ 'ਚ ਸੜ ਰਿਹਾ, ਹੋਰ ਸੜ ਜਾਏਗਾ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਾਈ। ਗੁਰੂ ਬਾਬੇ ਨੇ ਦੇਖਿਆ ਸਾਰਾ ਸੰਸਾਰ ਸੜਦਾ। ਜਦੋਂ ਗੁਰੂ ਦੇ ਉਪਦੇਸ਼ ਮੰਨਣੇ ਸ਼ੁਰੂ ਕੀਤੇ, ਗੁਰੂ ਸਾਹਿਬ ਜੀ ਦੇ ਇਤਿਹਾਸਕ ਵਰਤਾਰਿਆਂ ਨੂੰ ਜਦੋਂ ਸਮਝਿਆ, ਗੁਰੂ ਸਾਹਿਬ ਜੀ ਨੇ ਪਰਿਵਾਰਕ, ਸਮਾਜਿਕ ਤੇ ਦੁਨੀਆ ਤੇ ਰਾਜਨੀਤਿਕ ਵਰਤਾਰਿਆਂ ਵਿੱਚੋਂ ਜਦੋਂ ਝੰਜਟ ਪੈਦਾ ਹੋਏ ਸੀ, ਗੁਰੂ ਸਾਹਿਬ ਨੇ ਕਿਵੇਂ ਫੈਸਲੇ ਲਏ ਸਨ। ਜਦੋਂ ਗੁਰੂ ਸਾਹਿਬ ਦੀ ਸੋਚ ਦੇਖੀ ਨਾ, ਉਸ ਸੋਚ ਦੇ ਜਿਹੜੀ ਸੋਝੀ ਮਿਲੀ, ਉਸ ਵਿੱਚ ਉਪਦੇਸ਼ਾਂ ਵਿੱਚੋਂ ਸੋਝੀ ਮਿਲੀ, ਉਸ ਸੋਝੀ ਅਨੁਸਾਰ ਜਦੋਂ ਵਰਤਾਰੇ ਦੇਖੇ ਨਾ, ਪਤਾ ਲੱਗਿਆ ਇਹ ਜਗਤ ਆਪਣੇ ਹੀ ਕੀਤੀ ਹੋਏ ਕਰਮਾਂ ਦੇ, ਆਪਣੇ ਹੀ ਔਗਣਾਂ ਦੇ ਵਰਤਾਰਿਆਂ ਵਿੱਚੋਂ, ਆਪਣੇ ਹੀ ਘਰ ਦੇ ਵਿੱਚ ਐਸੇ ਕਲੇਸ਼, ਝਗੜੇ, ਮਿਸ ਅੰਡਰਸਟੈਂਡਿੰਗ ਆਦਿਕ ਦੇ ਵਿੱਚ ਜਗਤ ਸੜਦਾ ਪਿਆ। ਇੱਕ ਗੱਲ ਤਾਂ ਪੱਕੀ, ਜੇ ਪਤੀ ਪਤਨੀ ਵਿੱਚ ਅੰਡਰਸਟੈਂਡ, ਕਮਜ਼ੋਰੀ ਤਾਂ ਉਹਨਾਂ ਦੋਨਾਂ ਵਿੱਚ, ਜਾਂ ਦੋਨਾਂ ਦੀ ਜਾਂ ਇੱਕ ਬਾਹਰੋਂ ਤਾਂ ਨਹੀਂ ਹੈ। ਇਸੇ ਤਰ੍ਹਾਂ ਜੇ ਬੱਚੇ ਆਗਿਆਕਾਰੀ ਨਹੀਂ ਹੈ, ਕਮਜ਼ੋਰੀ ਤਾਂ ਘਰ ਵਿੱਚ, ਜਗਤ ਸੜਦਾ ਪਿਆ। ਸਤਿਗੁਰੂ ਕਹਿੰਦੇ ਜਦੋਂ ਸਾਰਾ ਦੇਖਿਆ ਨਾ, ਇਹ ਜਗ ਜਲਤਾ ਦੇਖੈ, ਭਜ ਪਏ ਸਤਿਗੁਰ ਸ਼ਰਣਾ। ਫਿਰ ਗੁਰੂ ਦੀ ਆਵਾਜ਼ ਦੀ ਸ਼ਰਨ ਲਈ। ਫਿਰ ਨੁਕਤਾ ਨੋਟ ਕਰ, ਜਦੋਂ ਕੋਈ ਕਹਿੰਦਾ ਹੈ ਨਾ
ਮੇਰੀ ਪਤਨੀ ਮੈਨੂੰ ਅੰਡਰਸਟੈਂਡ ਨਹੀਂ ਕਰਦੀ, ਪਤਨੀ ਕਹਿੰਦੀ ਮੇਰਾ ਪਤੀ ਅੰਡਰਸਟੈਂਡ ਨਹੀਂ ਕਰਦਾ, ਮਾਪੇ ਕਹਿੰਦੇ ਬੱਚੇ ਸਾਨੂੰ ਅੰਡਰਸਟੈਂਡ ਨਹੀਂ ਕਰਦੇ, ਬੱਚੇ ਕਹਿੰਦੇ ਮਾਪੇ ਅੰਡਰਸਟੈਂਡ ਨਹੀਂ ਕਰਦੇ, ਭਰਾ ਕਹਿੰਦਾ ਮੇਰਾ ਭਰਾ ਅੰਡਰਸਟੈਂਡ ਭਰਜਾਈ। ਆਹ ਜਿਹੜਾ ਜਗਤ ਸੜਦਾ ਪਿਆ ਨਾ, ਉਹ ਜਦੋਂ ਕਿਸੇ ਨੂੰ ਪੁੱਛਦੇ ਨੇ, ਇਹਦਾ ਮਤਲਬ ਉਹਦੀ ਆਵਾਜ਼ ਪੁੱਛਦੇ ਨੇ ਨਾ, ਤੂੰ ਮੈਨੂੰ ਦੱਸ ਕਿਉਂ ਨਹੀਂ ਗੁਰੂ ਦੀ ਆਵਾਜ਼ ਦੀ ਸ਼ਰਨ ਪੈਂਦੀ। ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਨਾ, ਆਪਣੇ ਗੁਰੂ ਦੀ ਆਵਾਜ਼ ਸਤਿਗੁਰ ਸਰੂਪ ਦੀ ਸ਼ਰਨ ਪਏ ਆਖੋ ਕਿ ਮੈਨੂੰ ਕੀ ਕਰਨਾ। ਗੁਰਸਿੱਖੋ, ਚਾਹੀਦਾ ਤਾਂ ਇਹ ਹੈ, ਜੇ ਘਰ ਦੇ ਮੈਂਬਰਾਂ ਵਿੱਚ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਨਾ, ਗੁਰੂ ਨੂੰ ਕਹਿਣਾ ਸਤਿਗੁਰੂ ਜੀ ਮੈਨੂੰ ਦੱਸੋ ਕਿ ਮੈਂ ਆਪਣੇ ਸੁਭਾਅ ਨੂੰ ਸੁਧਾਰਾਂ, ਤਾਂ ਕਿ ਘਰ ਵਿੱਚ ਖੁਸ਼ੀਆਂ, ਹਰ ਮੈਂਬਰ ਨੇ ਅਰਥਾਂ ਸਮੇਤ ਪਰਿਵਾਰ ਵਿੱਚ ਬੈਠ ਕੇ ਬੱਚਿਆਂ ਦੇ ਨਾਲ ਸਹਿਜ ਪਾਠ ਕਰਨ ਦੇ ਅਰਥ ਹੈ ਹਰ ਕੋਈ ਗੁਰੂ ਨੂੰ ਪੁੱਛੇਗਾ ਕਿ ਗੁਰੂ ਦੀ ਆਵਾਜ਼ ਸਤਿਗੁਰ ਸਰੂਪ ਹੈ, ਗੁਰੂ ਪਾਤਸ਼ਾਹ ਇਹਦੀ ਸ਼ਰਨ ਮੰਨਣਾ ਹੈ। ਇਹ ਜਗਤ ਸੜਦਾ ਬਲਦਾ ਦੇਖ ਕੇ ਆਪਣੇ ਗੁਰੂ ਦੀ ਆਵਾਜ਼ ਸਤਿਗੁਰ ਸਰੂਪ ਗੁਰੂ ਸਾਹਿਬ ਨੇ ਸਤਿਗੁਰ ਸੱਚ ਦਿਰੜਾਇਆ, ਸਦਾ ਸੱਚ ਸੰਜਮ ਰਹਿਣਾ। ਸਤਿਗੁਰੂ ਦੀ ਆਵਾਜ਼ ਨੇ, ਸਤਿਗੁਰ ਸਰੂਪ ਨੇ, ਇਸ ਨੇ ਸੱਚ ਵਿੱਚ ਜਿਉਣਾ ਦ੍ਰਿੜ ਕਰਵਾ, ਸੱਚ ਦਾ ਸੁਭਾਅ ਦ੍ਰਿੜ, ਸੱਚ ਦੀ ਸੋਚ ਦ੍ਰਿੜ ਕਰਵਾ ਦਿੱਤੀ। ਇਹ ਸੰਜਮ, ਸੰਜਮ ਹੁੰਦਾ ਆ ਕਰਨਾ ਆ ਨਹੀਂ ਕਰਨਾ, ਇਸ ਦਾਇਰੇ ਵਿੱਚ ਰਹਿਣਾ ਹੈ। ਲਿਮਿਟੇਸ਼ਨ ਸੁਭਾਅ ਦੀ ਦੱਸ ਦਿੱਤੀ, ਸੋਚ ਦੀਆਂ ਲਿਮਿਟੇਸ਼ਨਸ ਦੱਸ ਦਿੱਤੀ। ਜਦੋਂ ਸਾਡੇ ਸੋਚ, ਸਾਡੇ ਸੁਭਾਅ, ਸਾਡਾ ਵਰਤੋਂ ਵਿਵਹਾਰ ਲਿਮਿਟੇਸ਼ਨਸ ਨੂੰ ਕ੍ਰਾਸ ਕਰਦਾ ਏ, ਉਲਝਣ ਤਾਣੀਆਂ। ਇਸ ਲਈ ਹਰ ਸੰਸਥਾ ਇੱਕ ਬਾਈ ਲਾਅ ਬਣਾਉਂਦੀ, ਹਰ ਦੇਸ਼ ਇੱਕ ਕਾਨੂੰਨ ਬਣਾਉਂਦਾ ਹੈ ਲਿਮਿਟੇਸ਼ਨ, ਇਸ ਲਿਮਿਟੇਸ਼ਨ ਰੱਬ ਨੇ ਵੀ ਇੱਕ ਨਿਯਮ ਬਣਾਇਆ ਹੈ, ਉਹ ਲਿਮਿਟੇਸ਼ਨਸ ਨੂੰ ਗੁਰੂ ਦੇ ਉਪਦੇਸ਼ ਸਮਝਾਉਂਦੇ ਨੇ। ਸਤਿਗੁਰ ਸੱਚਾ ਹੈ ਬੋਹਿ ਥਾ, ਸ਼ਬਦੇ ਭਵ ਜਲ ਤਰਨਾ। ਮਨ ਜਿਹੜਾ ਡੁੱਬਦਾ ਸੀ ਨਾ, ਫਿਰ ਗੁਰੂ ਦੀ ਆਵਾਜ਼ ਦਾ ਰਸ, ਗੁਰੂ ਦੇ ਹੁਕਮ ਮੰਨਣ ਦੀ ਭਾਵਨਾ ਦਾ ਰਸ, ਇੱਕ ਜਹਾਜ਼ ਮਿਲ ਗਿਆ, ਇਹ ਮਨ ਨੂੰ ਮੈਨੇਜ ਕਰਨਾ ਆ ਗਿਆ। ਲੱਖ 84 ਫਿਰਦੇ ਰਹੇ, ਬਿਨ ਸਤਿਗੁਰ ਮੁਕਤ ਨਾ ਹੋਈ। ਇਹ ਮਨ ਜਿਹੜਾ ਨਾ ਪਸ਼ੂ ਪ੍ਰਵਿਰਤੀਆਂ ਵਿੱਚ, ਜਾਨਵਰ ਪ੍ਰਵਿਰਤੀ, ਲੱਖ 84 ਵਿੱਚ ਭਟਕਦਾ ਫਿਰਦਾ। ਤੁਸੀਂ ਕਦੀ ਪਿੰਡਾਂ ਵਿੱਚ ਅਵਾਰਾ ਕੁੱਤੇ ਦੇਖਣ, ਜਿਨ੍ਹਾਂ ਨੂੰ ਕਿਸੇ ਮਾਲਕ ਦੀ ਛਾਇਆ ਨਹੀਂ, ਮਾਲਕ ਦੀ ਕੋਈ ਲਿਮਿਟੇਸ਼ਨ, ਅਵਾਰਾ ਕੁੱਤੇ, ਉੱਥੇ ਇੱਕ ਹੋਰ ਕੁੱਤਾ ਆ ਜਾਵੇ ਨਾ, ਉਹਨੂੰ ਉਹਨਾਂ ਚਿਰ ਟਿਕਣ ਦੇਣਗੇ ਜਿੰਨਾ ਚਿਰ ਉਹਨੂੰ ਆਪਣੇ ਇਲਾਕੇ 'ਚੋਂ, ਉਹਨੂੰ ਇਲਾਕੇ 'ਚੋਂ ਕੱਢਣ ਵਾਸਤੇ ਸਾਰੇ ਇੱਕ ਹੋ ਜਾਂਦੇ ਨੇ। ਉਂਝ ਸਾਰੇ ਕੁੱਤੇ ਆਪਸ ਵਿੱਚ ਇੱਕ ਦੂਸਰੇ ਨਾਲ ਵੈਰ ਹੀ ਕਰਦੇ ਨੇ। ਜੇ ਮਨੁੱਖ ਵੀ ਇਦਾਂ ਕਰੇ ਤੇ ਫਿਰ ਇਹ ਮਨ ਪਸ਼ੂ ਪ੍ਰਵਿਰਤੀ ਮਾਨਸ ਜਾ, ਪਸ਼ੂ ਦੂਜਿਆਂ ਨੂੰ ਦੁੱਧ ਦਿੰਦੇ ਨੇ, ਹਰ ਇੱਕ ਨੂੰ ਦੁੱਧ ਦਿੰਦੇ ਨੇ, ਆਪ ਰਲ ਕੇ ਬੈਠ ਕੇ ਖਾ ਨਹੀਂ ਸਕਦੇ। ਐਸੀਆਂ ਹੀ ਪ੍ਰਵਿਰਤੀ ਮਨੁੱਖਾਂ ਵਿੱਚ ਆਉਂਦੀਆਂ, ਆਪਣੇ ਲਈ ਕੁਝ ਨਹੀਂ ਕਰਨਾ, ਹੋਰਾਂ ਨੂੰ ਸਭ ਕੁਛ, ਆਪਣਿਆਂ ਦੇ ਗਿੱਟੇ। ਇਹ ਇੱਕ ਥਾਂ ਤੇ ਖੁਰਨੀ ਵਿੱਚ ਦੋ ਪਸ਼ੂਆਂ ਨੂੰ ਚਾਰਾ ਪਾ ਦਿੱਤਾ ਨਾ, ਖੁਰਾਕ ਉਹਨਾਂ ਦੀ ਰੱਖ ਦਿੱਤੀ, ਉਹ ਲੜਦੇ ਨੇ, ਮੈਂ ਪਹਿਲਾਂ ਖਾ ਲਾਂ, ਤੂੰ ਤੂੰ ਕਿਉਂ ਖਾ ਰਿਹਾ, ਤੂੰ ਕਿਉਂ ਖਾ ਰਿਹਾ। ਐਸੀ ਮਨੁੱਖਾਂ ਵਿੱਚ ਚੱਲ ਲੱਖ 84 ਮਨ ਕਰਕੇ ਫਿਰਦੇ ਰਹੇ ਸਰੀਰ ਮਨੁੱਖ ਦਾ, ਬਿਨ ਸਤਿਗੁਰ ਮੁਕਤ ਨਾ ਹੋਈ। ਮਨ ਦੀਆਂ ਉਹ ਆਦਤਾਂ, ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ ਜਾਣਦੀਆਂ, ਗੁਰੂ ਦੀ ਆਵਾਜ਼ ਨੂੰ ਮੰਨ ਕੇ, ਗੁਰੂ ਦੇ ਉਪਦੇਸ਼ ਨੂੰ ਮੰਨ ਹੀ ਮੁਕਤ, ਉਸ ਆਦਤ ਤੋਂ ਮੁਕਤ ਹੋਏਗਾ ਮਨ, ਨਹੀਂ ਮੁਕਤੀ ਨਹੀਂ ਮਿਲਦੀ। ਪੜ ਪੜ ਪੰਡਿਤ ਮੋਨੀ ਥੱਕੇ, ਦੂਜੈ ਭਾਏ ਪਤ ਖੋਈ। ਪੰਡਿਤ ਵਿਦਵਾਨ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਰਹੇ, ਇਹ ਪੜ੍ਹਨ ਦੇ ਬਾਵਜੂਦ ਵੀ ਮਨ ਪਸ਼ੂ ਪ੍ਰਵਿਰਤੀਆਂ ਵਿੱਚ, ਮੋਨੀ ਮੌਨ ਧਾਰਦੇ ਰਹੇ, ਮਨ ਭੋਗਣਾ ਵਾਲੇ ਪਾਸੇ ਨੂੰ ਜਾਂਦਾ ਰਿਹਾ। ਰੱਬ ਦੀਆਂ ਨਜ਼ਰਾਂ 'ਚੋਂ ਪੱਤ ਗਵਾ ਲਈ, ਪੱਤ ਖੋਈ ਦੇ ਭਾਵ ਬਖਸ਼ਿਸ਼ ਗਵਾ ਲਈ, ਬਖਸ਼ਿਸ਼ ਨਹੀਂ, ਸੁਭਾਅ ਵਿੱਚ ਬਖਸ਼ਿਸ਼ ਨਹੀਂ ਮਿਲੀ। ਭਗਤੀ ਕਰਦੇ ਰਹੇ, ਸੁਭਾਅ 'ਚ ਬਖਸ਼ਿਸ਼ ਨਹੀਂ।
ਸੁਭਾਅ ਵਿੱਚ ਨਫ਼ਰਤ ਬੈਠੀ, ਧੜੇਬੰਦੀਆਂ ਬੈਠੀ। ਸਤਿਗੁਰ ਸ਼ਬਦ ਸੁਣਾਇਆ, ਬਿਨ ਸੱਚੇ ਅਵਰ ਨਾ ਕੋਈ। ਗੁਰੂ ਦੀ ਆਵਾਜ਼ ਨੇ ਉਪਦੇਸ਼ ਸੁਣਾਇਆ। ਦੀ ਆਵਾਜ਼ ਮੇਰੇ ਕੀ ਕਹਿ ਰਹੇ ਨੇ? ਗੁਰੂ ਗ੍ਰੰਥ ਸਾਹਿਬ ਦੇ ਅੰਦਰ ਝਾਤੀ ਮਾਰੋ, ਸਤਿਗੁਰ ਦਾ ਦੀਦਾਰ ਕਰ, ਨੀ ਧਿਆਨ ਨਾਲ ਸੁਣ। ਉਸ ਵਿੱਚ ਸ਼ਬਦ ਹੈ, ਗੁਰੂ ਦੀ ਆਵਾਜ਼ ਨੇ ਦੱਸਣਾ ਕਰਨਾ ਕੀ ਹੈ, ਨਹੀਂ ਕਰਨਾ। ਉਹ ਜਿਹੜਾ ਸ਼ਬਦ ਸੁਣਾਇਆ ਨਾ, ਪਤਾ ਲੱਗਿਆ ਬਿਨ ਸੱਚੇ ਅਵਰ ਨਾ, ਸੱਚ ਦੇ ਮਾਰਗ ਤੋਂ ਬਿਨਾਂ, ਸੱਚ ਦੇ ਰਾਸ ਤੋਂ ਬਿਨਾਂ, ਸੱਚੇ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਹੋਰ ਸਾਡੇ ਵਾਸਤੇ ਠਿਕਾਣਾ ਨਹੀਂ। ਜੋ ਸੱਚ ਸੱਚੈ ਲਾਏ, ਤੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ। ਜਿਨ੍ਹਾਂ ਨੂੰ ਵਾਹਿਗੁਰੂ ਜੀ ਮਾਰਗ ਤੇ ਪਿਆਰ ਬਣ ਗਿਆ, ਮਾਰਗ ਤੇ ਜੀਵਨ ਦੇ ਕਰਮ ਬਣ ਗਏ। ਤਿੰਨਾਂ ਨਿਜ ਘਰ ਵਾਸਾ ਪਾਇਆ, ਸੱਚਾ ਮਹਿਲ ਰਹਾਨ। ਆਪਣੇ ਅਸਲੀ ਘਰ ਵਿੱਚ ਮਨ ਨੇ ਨਿਵਾਸ ਕਰ ਲਿਆ, ਗੁਰਮੁਖ ਸੁਭਾਅ ਵਿੱਚ ਗੁਰਮਤਿ ਵਾਲੀ। ਇਹ ਸੱਚਾ ਮਹਿਲ ਹੈ, ਇਹਦੇ ਵਿੱਚ ਉਹ ਰਹਿੰਦੇ ਨੇ। ਮਨੁੱਖ ਕਿੱਥੇ ਰਹਿੰਦਾ ਹੈ? ਆਪਣੇ ਸੁਭਾਅ ਦੇ ਮਹਿਲ ਵਿੱਚ ਰਹਿੰਦਾ। ਹੋਮ ਕੰਟਰੀ ਛੱਡ ਕੇ ਡਿਵੈਲਪ ਕੰਟਰੀ ਵਿੱਚ ਆ ਜਾਂਦਾ ਹੈ। ਜੇ ਸੁਭਾਅ ਡਿਵੈਲਪ ਨਾ ਹੋਇਆ, ਡਿਵੈਲਪ ਕੰਟਰੀ ਵਿੱਚ ਵੀ ਉਹੋ ਜਿਹੀਆਂ ਹਰਕਤਾਂ ਕਰੇਗਾ ਜਿਸ ਤਰ੍ਹਾਂ ਦੀਆਂ ਹਰਕਤਾਂ ਉਹ ਪਛੜੇ ਹੋਏ ਕਰ ਰਿਹਾ ਸੀ। ਕਿਉਂ? ਪਛੜੇ ਹੋਏ ਕਲਚਰ ਵਿੱਚੋਂ ਅੰਦਰ ਪਛੜੀ ਹੋਈ ਸੋਚ ਸੀ, ਸੁਭਾਅ ਸੀ, ਉਸੇ ਸੁਭਾਅ ਵਿੱਚ ਹੀ ਮਨ ਰਹਿ ਰਿਹਾ। ਮਹਿਲ ਸੁਭਾਅ ਹੈ, ਸੱਚ ਦਾ ਮਹਿਲ। ਨਾਨਕ ਭਗਤ ਸੁਖੀਏ ਸਦਾ, ਸਚੈ ਨਾਮ ਰਚਨ। ਉਹ ਜੀਵਨ, ਉਹ ਸੁਭਾਅ, ਉਹ ਗੁਰਮੁਖ ਭਗਤ ਸੁਖੀ ਨੇ ਹੈ, ਕਿਉਂਕਿ ਸੱਚੇ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਇਸ ਸ਼ਬਦ ਦੇ ਅਖੀਰ ਤੇ ਦੇਖੋ, 8 ਫਿਰ 17 ਫਿਰ 8 ਫਿਰ 25 ਅੰਕ ਲਿਖੇ। ਪਹਿਲੇ 8 ਦੇ ਅਰਥ ਹੈ ਇਹ 8ਵਾਂ ਪਦ ਹੈ, 8 ਪਦਿਆਂ ਦੀ ਅਸ਼ਟਪਦੀ। 17 ਦੇ ਅਰਥ ਹੈ ਕਿ ਇਹ ਪਿੱਛੇ ਤੋਂ ਸਿਕੁਐਂਸੀ ਦੇ ਵਿੱਚ ਜਿਹੜੀ ਤਰਤੀਬ ਸੀ, ਉਹਦੇ 'ਚ 17 ਅਸ਼ਟਪਦੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਸਨ। ਉਸ ਤੋਂ ਬਾਅਦ 8 ਅਸ਼ਟਪਦੀਆਂ ਗੁਰੂ ਅਮਰਦਾਸ ਸਾਹਿਬ ਜੀ, 8 17 8 ਅੱਗੇ ਲਿਖਿਆ 25, ਤੇ ਟੋਟਲ ਇਹ 25 ਅਸ਼ਟਪਦੀ। ਐਸੀ ਕਮਾਲ ਕੰਪਿਊਟਰਾਈਜ਼ਡ ਟਾਕਿੰਗ। ਇਸ ਤੋਂ ਬਾਅਦ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਪੰਜਵੇਂ ਪਾਤਸ਼ਾਹ ਦੀਆਂ ਚੱਲ ਰਹੀਆਂ ਨੇ, ਤੇ ਪਹਿਲੀ ਅਸ਼ਟਪਦੀ 9 ਪਦਿਆਂ ਦੀ ਹੈ। ਇਸ ਸ਼ਬਦ ਦੇ ਅਗਲੇ ਸ਼ਬਦ ਦੇ ਅਖੀਰ ਤੇ ਦੇਖੋ, 9 1 26। 9 ਤੋਂ ਭਾਵ 9ਵਾਂ ਪਦਾ, 1 ਤੋਂ ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਹਿਲੀ, ਤੇ 26 ਤੋਂ ਭਾਵ ਇਹ 26ਵੀਂ ਸ੍ਰੀ ਰਾਗ ਦੀ, ਉੱਪਰ 25 ਹੋ ਚੁੱਕੀ। ਬਾਕਮਾਲ ਹੈ, ਇਹਨਾਂ ਅੰਕਾਂ ਵਿੱਚੋਂ ਵੀ ਗੁਰੂ ਦਾ ਕ੍ਰਿਸ਼ਮਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ। ਜਦੋਂ ਤੁਸੀਂ ਧਿਆਨ ਨਾਲ ਸ਼ਬਦ ਪੜੋਗੇ ਤੁਹਾਨੂੰ ਪਤਾ ਲੱਗੇ ਗੁਰੂ ਨਾਨਕ ਪਾਤਸ਼ਾਹ ਦੀ ਸ਼ੈਲੀ ਆਪਣੀ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਆਪਣਾ ਹੀ ਅੰਦਾਜ਼। ਤੇ ਚੌਥੇ ਪਾਤਸ਼ਾਹ ਨੇ ਸ੍ਰੀ ਰਾਗ ਵਿੱਚ ਕੋਈ ਅਸ਼ਟਪਦੀ ਧਾਰਨ ਨਹੀਂ ਕੀਤੀ, ਇਸ ਲਈ ਚੌਥੇ ਪਾਤਸ਼ਾਹ ਦੀ ਨਹੀਂ, ਪੰਜਵੇਂ ਪਾਤਸ਼ਾਹ ਦੀ ਆ ਗਈ ਹੈ। ਤੇ ਪੰਜਵੇਂ ਪਾਤਸ਼ਾਹ ਦਾ ਆਪਣਾ ਹੀ ਇੱਕ ਵੱਖਰਾ ਅੰਦਾਜ਼ ਹੈ। ਸਤਿਗੁਰੂ ਜੀ ਕਹਿੰਦੇ, ਵਾਹਿਗੁਰੂ ਜੀ ਦੀ ਯਾਦ, ਵਾਹਿਗੁਰੂ ਜੀ ਦਾ ਭਰੋਸਾ, ਵਿਸ਼ਵਾਸ ਅੰਦਰ ਕੋਈ ਐਸੇ ਕਮਾਲ ਦੇ ਅਗੰਮੀ ਵਰਤਾਰੇ ਜ਼ਿੰਦਗੀ 'ਚ ਵਰਤਣਗੇ। ਸਤਿਗੁਰੂ ਵੱਖ-ਵੱਖ ਸਿਚੁਏਸ਼ਨ ਜ਼ਿੰਦਗੀ ਦੀਆਂ ਸਾਹਮਣੇ ਰੱਖਦੇ ਨੇ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਇ ਨਾ ਦੇ। ਕੋਈ ਐਸੀ ਮੁਸ਼ਕਿਲ ਵਿੱਚ ਫਸ ਜਾਵੇ, ਜ਼ਿੰਦਗੀ ਵਿੱਚ ਕੋਈ ਮੁਸ਼ਕਿਲ ਆ ਗਈ, ਕੋਈ ਆਸਰਾ ਨਹੀਂ ਦੇ ਰਿਹਾ, ਕੋਈ ਉਹਨੂੰ ਢੋਈ ਨਹੀਂ ਦੇ ਰਿਹਾ, ਟਿਕਾਣਾ ਨਹੀਂ ਦੇ ਰਿਹਾ। ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਸਾਰੇ ਦੁਸ਼ਮਣ ਬਣ ਗਏ, ਗਲੀਆਂ ਦੇ ਕੱਖ ਵੈਰੀ ਹੋ ਗਏ, ਆਪਣੇ ਵੀ ਭੱਜਣ ਲੱਗ ਪਏ। ਆਪਣਾ ਵੀ ਕਹਿੰਦਾ ਰਹੀ ਨਾ, ਤੁਰ ਜਾ ਪਿਆਰਿਆ, ਸਾਡੇ ਲਈ ਮੁਸ਼ਕਿਲ ਖੜੀ ਹੋਏਗੀ। ਸਭੋ ਭੱਜੈ ਆਸਰਾ ਚੁੱਕਾ ਸਭ ਅਸਰਾਓ। ਸਭੋ ਭੱਜੈ ਆਸਰਾ, ਸਾਰੇ ਆਸਰੇ ਖਤਮ ਹੋ ਗਏ। ਚੁੱਕਾ ਹੈ ਸਭ ਅਸਰਾਓ, ਕੋਈ ਟਿਕਾਣਾ ਨਹੀਂ ਰਿਹਾ। ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਤੇ ਵਾਹਿਗੁਰੂ ਜੀ, ਵਾਹਿਗੁਰੂ ਜੀ ਦਾ ਪਾਸ, ਉਹਦੀ ਮਿੱਠੀ ਯਾਦ ਅੰਦਰ ਵਸ ਗਈ ਨਾ, ਪਤਾ ਨਹੀਂ ਲੱਗਦਾ। ਐਸੇ ਐਸੇ ਜਦੋਂ ਤਰਬੇ ਕੀ ਚਾਹੁੰਦੇ ਨੇ ਨਾ, ਵਾਹਿਗੁਰੂ ਜੀ ਨਾਲ ਪਿਆਰ ਹੋਰ ਗੁਰੂ ਦੇ ਉਪਦੇਸ਼ਾਂ ਦੇ ਭਰੋਸਾ ਹੋਰ
ਸਾਹਿਬ ਨਿਤਾਣਿਆਂ ਕਾ ਤਾਣ, ਜਿਹਦਾ ਕੋਈ ਵੀ ਓਟ ਆਸਰਾ ਨਾ ਹੋ, ਮਾਲਕ ਇਹਦੀ ਮਦਦ ਕਰੇ। ਲੋਕ ਤਾਂ ਛੋਟੀ ਛੋਟੀ ਗੱਲ ਤੇ ਰੁੱਸ ਜਾਂਦੇ, ਮਦਦ ਨੂੰ ਵੀ ਖੋ ਕੇ ਰਾਹ 'ਚ ਰੁਕਾਵਟਾਂ ਖੜੀਆਂ। ਕਦੀ ਬੜੇ ਖਾਮਖਾ ਕਹਾਉਂਦੇ ਸੀ ਕਿ ਤੁਹਾਡੀ ਮਦਦ ਕਰ ਰਹੇ ਹਾਂ, ਤੁਹਾਡੇ ਲਈ ਆਹ ਕਰ ਰਹੇ ਹਾਂ, ਉਹੀ ਜਿਉਣਾ ਦੁੱਭਰ ਕਰ ਦਿੰਦੇ, ਫਿਊਚਰ ਤਬਾਹ ਕਰਨ ਦੇ ਯਤਨ ਕਰਦੇ। ਪਰ ਜਦੋਂ ਐਸੇ ਤਜਰਬਿਆਂ ਵਿੱਚੋਂ ਦੀ ਨਿਕਲਦਾ ਨਾ, ਉਹਨੂੰ ਪਤਾ ਲੱਗਦਾ ਹੈ ਸਾਹਿਬ ਨਿਤਾਣਿਆਂ ਦਾ ਤਾਂ ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਹਾਓ। ਗੁਰੂ ਦੇ ਉਪਦੇਸ਼ ਨੂੰ ਜਦੋਂ ਜਿਉਂ ਕੇ ਦੇਖਿਆ ਨਾ, ਫਿਰ ਸੱਚ ਦੇ ਨਾਲ ਐਸੀ ਸਾਂਝ ਪਈ, ਪਤਾ ਲੱਗਿਆ ਕਿ ਇਹ ਸਦੀਵੀ ਹੈ ਵਾਹਿਗੁਰੂ ਜੀ ਦੀ ਮਦਦ ਸਦੀ, ਵਾਹਿਗੁਰੂ ਜੀ ਦਾ ਵਿਸ਼ਵਾਸ, ਸਿਦਕ, ਭਰੋਸਾ, ਉਹਦੀ ਯਾਦ, ਉਹਦਾ ਥਾਪੜਾ, ਉਹਦੀ ਬਖਸ਼ਿਸ਼ ਸਦਾ ਰਹਿਣ ਵਾਲੀ ਹੈ। ਬਾਕੀ ਤੇ ਆਈ ਜਾਈ ਹੈ, ਕੌਣ ਕਦੋਂ ਕੋਈ ਕਿਸੇ ਦਾ ਬਣ ਗਿਆ ਤੇ ਕੌਣ ਕਦੋਂ ਕੋਈ ਕਿਸੇ ਦਾ ਵਿਰੋਧੀ ਹੋ ਗਿਆ। ਇਹ ਦੁਨੀਆ ਤਾਂ ਛੋਟਾ ਜਿਹਾ ਆਸਰਾ ਹੈ, ਭੁਲੇਖਾ ਹੈ। ਇੱਕ ਜ਼ਿੰਦਗੀ ਦੀ ਹੋਰ ਸਿਚੁਏਸ਼ਨ ਪੇਸ਼ ਕਰ ਰਹੇ ਨੇ ਤਾਂ ਕਿ ਵਾਹਿਗੁਰੂ ਜੀ ਦਾ ਵਿਸ਼ਵਾਸ ਪਤਾ ਲੱਗੇ। ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਜੇ ਕੋਈ ਭੁੱਖ ਆ ਗਈ, ਬਹੁਤ ਗਰੀਬੀ ਆ ਗਈ, ਖਾਣ ਨੂੰ ਕੁਛ ਨਹੀਂ, ਪੀਰ ਦੁਬਲਾ ਹੋ ਗਿਆ, ਭੁੱਖ ਜ਼ਿੰਦਗੀ ਨੂੰ ਸਤਾ ਰਿਹਾ, ਬੜੀ ਪੀੜਾ ਹੈ, ਦੁਖੀ ਹੋ ਰਿਹਾ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਕੋਲ ਕੋਈ ਨਵਾਂ ਪੈਸਾ ਵੀ ਨਹੀਂ, ਨਾ ਕੋਈ ਸਹਾਰਾ ਦੇ ਰਿਹਾ, ਇਕਨੋਮਿਕਲ ਕ੍ਰਾਈਸਿਸ ਆ ਗਿਆ, ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਜਾ ਰਹੀਆਂ, ਘਰ ਚਲਾਉਣ ਵਾਸਤੇ ਖਰਚਾ ਨਹੀਂ, ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ, ਕੋਈ ਵੀ ਇਸ ਮਨੋਰਥ ਨੂੰ ਮਦਦ ਨਹੀਂ ਕਰ ਰਿਹਾ, ਕੋਈ ਵੀ ਨਹੀਂ ਜਿਹੜਾ ਉਸ ਕਾਰਜ ਵਿੱਚ ਸਹਾਈ ਹੋ ਸਕੇ। ਜੇ ਐਸਾ ਸਮਾਂ ਆ ਜਾਵੇ, ਜ਼ਿੰਦਗੀ ਦਾ ਸਵਾਰਥ ਮਨੋਰਥ ਪੂਰਾ ਨਹੀਂ ਹੋ ਰਿਹਾ, ਕੋਈ ਕਾਰਜ ਸਿਰੇ ਨਹੀਂ ਲੱਗ ਰਿਹਾ, ਚੇਤੇ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੈ ਰਾਜ, ਵਾਹਿਗੁਰੂ ਜੀ ਦੀ ਯਾਦ ਭਰੋਸਾ ਬਣਿਆ, ਮਨ ਤੇ ਰਾਜ ਹੋ ਗਿਆ। ਔਖਾ ਸਮਾਂ ਤਾਂ ਇੱਕ ਵਾਹਿਗੁਰੂ ਜੀ ਦਾ ਵਿਸ਼ਵਾਸ ਦੇ ਔਖੇ ਸਮੇਂ ਬਚਣ ਵਾਲਿਆਂ ਦੀ ਅਸਲੀਅਤ ਉਹ ਸਮਾਂ ਦੱਸ ਦਿੰਦਾ, ਹਿਸਟਰੀ ਬਣਦੀ ਹੈ। ਇੱਕ ਦਾ ਵਿਸ਼ਵਾਸ ਵੱਧਦਾ ਹੈ, ਇੱਕ ਖੱਜਲ ਖੁਆਰੀਆਂ ਵਿੱਚ, ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਇੱਕ ਹੋਰ ਸਿਚੁਏਸ਼ਨ ਵੀ ਸਰੀਰ ਤੇ ਬਿਮਾਰੀ ਆ ਗਈ, ਚਿੰਤਾ ਹੀ ਚਿੰਤਾ, ਗ੍ਰਸਤ ਕੁਟੁੰਬ ਪਲੇਟਿਆ ਕਦੇ ਹਰਖ ਕਦੇ ਸੋਗ, ਉਧਰੋਂ ਘਰ ਦੀਆਂ ਪਰਿਵਾਰ ਦੀਆਂ ਉਲਝਣ ਤਾਣੀਆਂ ਨੇ ਉਲਝਾ ਲਿਆ, ਜੇ ਛੋਟੀ ਜੀ ਖੁਸ਼ੀ ਵੀ ਮਿਲੀ, ਵੱਡੇ ਵੱਡੇ ਚਿੰਤਾ ਆ ਗਏ। ਕਿੱਦਾਂ ਜ਼ਿੰਦਗੀ ਚੱਲ ਰਹੀ ਹੈ, ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ, ਸਾਰੀ ਜ਼ਿੰਦਗੀ ਭੱਜ ਨੱਠ, ਆਹ ਲੈ ਲਵਾਂ ਆਹ ਲਵਾਂ, ਸਾਰੇ ਯਤਨ ਘੜੀ ਵੀ ਚੈਨ ਨਾਲ ਬੈਠਣਾ ਨਹੀਂ ਮਿਲਦਾ, ਚੇਤੇ ਆਵੈ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ, ਵਾਹਿਗੁਰੂ ਜੀ ਦੀ ਯਾਦ, ਵਾਹਿਗੁਰੂ ਜੀ ਦਾ ਵਿਸ਼ਵਾਸ ਵੱਜੇਗਾ, ਮਨ ਸ਼ੀਤਲ, ਇਹ ਸਮਝ ਦੇ ਉਪਦੇਸ਼ ਨੇ ਹਮ ਗਿਆਨ ਰੂਪੀ ਹਮ ਤੇ ਮਨ ਕਾਮਾਂ ਦੀ ਉਲਝਣ ਤਾਣੀ ਵਿੱਚ, ਲੋਭ ਲਾਲਚ ਦੀ ਉਲਝਣ ਤਾਣੀ ਅੰਤ ਹੋਣ ਦਾ ਤਰੀਕਾ, ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅਗ ਕੀਏ ਹੁਆ ਅਸੁਰ ਸੰਘਾਰ, ਹੁਣ ਵਿਕਾਰਾਂ ਵਿੱਚ ਚਲਿਆ ਗਿਆ, ਕਾਮ ਕਰੋ ਉਹ ਲੋਭ ਵਿੱਚ ਆ ਕੇ ਕੰਜੂਸ ਕਿਰਪਨ, ਬੁਰੀਆਂ ਆਦਤਾਂ ਵਿੱਚ ਪਿਆਰ ਬਣ ਗਿਆ, ਚਾਰੇ ਕਿਲ ਵਿੱਚ ਅਗ ਕੀਏ, ਇਹਨਾਂ ਚਾਰਾਂ ਵਿਕਾਰਾਂ ਦੇ ਵਿੱਚੋਂ ਦੀ ਪਾਪ ਕੀਤੇ, ਹੁਆ ਅਸੁਰ ਸੰਘਾਰ, ਮਨ ਦੈਂਤ ਬਣ ਗਿਆ, ਸ਼ੈਤਾਨ ਬਣ ਗਿਆ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਪੋਥੀ ਗੀਤ
ਵਿੱਤ ਧਾਰਮਿਕ ਗ੍ਰੰਥ, ਚੰਗੇ ਗ੍ਰੰਥ, ਉਹਨਾਂ ਦੀਆਂ ਕਾਵਿ ਰਚਨਾ, ਉਪਦੇਸ਼ਾਂ ਵੱਲ ਧਿਆਨ ਹੀ ਨਹੀਂ ਧਰਿਆ, ਦੀਆਂ ਆਦਤਾਂ ਵਿੱਚ ਚਲਿਆ ਗਿਆ। ਚੇਤੇ ਆਵੈ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ, ਕਿ ਉਹਦੀ ਵੀ ਯਾਦ ਵਿੱਚ ਵਾਹਿਗੁਰੂ ਜੀ ਦੀ ਯਾਦ ਅੰਦਰ ਵਸ ਜਾਵੇ, ਅੰਦਰ ਰੱਬ ਦਾ ਭੈ ਬਣ ਜਾਵੇ। ਸੈਕਿੰਡ ਵਿੱਚ ਜੀਵਨ ਜਦੋਂ ਬਦਲ ਜਾਂਦਾ ਹੈ, ਇਹ ਰਸਤੇ 'ਤੇ ਬਹੁਤ ਐਸੇ ਨੇ ਜਿਹੜੇ ਕਦੀ ਬਹੁਤ ਨਸ਼ੇ ਕਰਦੇ ਸੀ, ਤੇ ਅੰਮ੍ਰਿਤਧਾਰੀ ਬਣ ਗਏ, ਬਾਣੀ ਪੜ੍ਹਨ ਲੱਗ ਗਏ। ਉਹਨਾਂ ਨੂੰ ਪੁੱਛਿਓ ਜਦੋਂ ਬਦਲੇ ਸੀ, ਤਾਂ ਤੁਸੀਂ ਦੇਖੋ ਬਦਲਣ ਦਾ ਇੱਕੋ ਹੀ ਸੈਕਿੰਡ ਸੀ, ਆਖੋ ਉਸੇ ਵੇਲੇ ਬਦਲ ਜਾਂਦੇ। ਫਿਰ ਸ਼ਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਸ਼ਾਸਤ ਸਿਮਰਤ ਵੇਦ ਚਾਰ, ਸਿਮਰਤੀਆਂ ਚਾਰ ਵੇਦ, ਯਾਨੀ ਧਾਰਮਿਕ ਗ੍ਰੰਥਾਂ ਨੂੰ ਮੁੱਖ ਨਾਲ ਉਚਾਰਨ ਵੀ ਕੀਤਾ। ਤਪੇ ਤਪੀਸ਼ਰ ਜੋਗੀਆਂ ਤੀਰਥ ਗਵਨ ਕਰੇ, ਤਪ ਕੀਤੇ, ਤਪੀਸ਼ਰ ਕਹਾਏ, ਜੋਗੀ ਬਣੇ, ਤੀਰਥ ਯਾਤਰਾਵਾਂ ਕੀਤੀਆਂ, ਦੁਨੀਆ ਭਰ ਦਾ ਭਰਮਣ ਕੀਤਾ। ਹਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ, 6 ਤਰ੍ਹਾਂ ਦੇ ਜਿਹੜੇ ਕਰਮ ਸ਼ਾਸਤਰਾਂ ਵਿੱਚ ਮੰਨੇ ਉਹ ਵੀ ਕੀਤੇ, ਬਹੁਤ ਤਰ੍ਹਾਂ ਦੀ ਪੂਜਾ ਕੀਤੀ। ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਜੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਦਾ ਰਸ ਨਹੀਂ ਆਇਆ, ਭੈ ਭਾਵਨੀ ਨਹੀਂ ਜਾਗੀ, ਵਾਹਿਗੁਰੂ ਜੀ ਦੀ ਮਿੱਠੀ ਯਾਦ ਦਾ ਰਸ ਨਹੀਂ ਆਇਆ, ਤਾਂ ਫਿਰ ਇਹ ਜਿਹੜੇ ਧਾਰਮਿਕ ਕਰਮ ਕੀਤੇ ਨਾ, ਅੰਦਰੋਂ ਨਰਕ ਬਣਾ ਲਿਆ, ਆਖੋ ਵਾਹਿਗੁਰੂ। ਅੰਦਰ ਉਸਦੇ ਨਫ਼ਰਤ ਦਾ, ਲੋਭ ਲਾਲਚ ਦਾ ਨਰਕ ਬਣਾ ਲਿਆ। ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ, ਹੁਣ ਇੱਕ ਦੂਸਰਾ ਪੱਖ ਦਿੱਤਾ ਹੈ, ਅਮੀਰੀ, ਰਾਜ ਭਾਗ ਹੋ ਗਿਆ, ਬਾਦਸ਼ਾਹ ਬਣ ਗਿਆ, ਸਰਦਾਰੀ ਚੱਲਣ ਲੱਗ ਪਈ, ਬਹੁਤ ਤਰ੍ਹਾਂ ਦੇ ਭੋਗ ਭੋਗਦਾ ਹੈ, ਐਸ਼ੋ ਇਸ਼ਰਤ ਮਾਣਦਾ ਹੈ। ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ, ਬਹੁਤ ਸੋਹਣੇ ਬਗੀਚੇ ਬਾਗ ਬਣੇ ਹੋਏ ਨੇ, ਉਹਦਾ ਹੁਕਮ ਚੱਲਦਾ ਹੈ, ਉਸ ਹੁਕਮ ਦੇ ਵਿੱਚ ਆਫਰਿਆ ਫਿਰਦਾ ਹੈ। ਰੰਗ ਤਮਾਸ਼ੇ ਬਹੁਵਿਧੀ ਚਾਏ ਲੱਗ ਰਿਹਾ, ਅਣਗਿਣਤ ਕਿਸਮ ਦੇ ਅਮੀਰੀ ਦੇ ਰੰਗ ਤਮਾਸ਼ਿਆਂ ਦੇ ਵਿੱਚ ਉਹਦਾ ਚਾਉ ਲੱਗਿਆ ਹੋਇਆ ਹੈ, ਉਲਝਿਆ ਹੋਇਆ, ਇਸੇ ਨੂੰ ਜ਼ਿੰਦਗੀ ਸਮਝੀ ਬੈਠਾ ਹੈ। ਚੇਤਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ, ਜੇ ਵਾਹਿਗੁਰੂ ਜੀ ਦਾ ਭੈ ਨਹੀਂ, ਰੱਬੀ ਪਿਆਰ ਨਹੀਂ, ਇਹ ਤੇ ਯਾਦ ਰੱਖਿਓ, ਪਿੱਛੇ ਆਇਆ ਸੀ ਚਿੱਤ ਆਇਓ ਉਸ ਪਾਰ ਬ੍ਰਹਮ, ਰੱਬ ਦਾ ਭੈ, ਰੱਬ ਦੀ ਯਾਦ ਜਿਹਦੇ ਅੰਦਰ ਵਸ ਗਈ। ਹੁਣ ਇਹ ਪੱਖ ਦੇ ਰਹੇ ਨੇ ਜਿਹਦੇ ਅੰਦਰ ਰੱਬ ਦਾ ਭੈ ਨਹੀਂ ਹੈ, ਰੱਬ ਦੀ ਯਾਦ ਹੀ ਨਹੀਂ ਹੈ, ਰੱਬੀ ਉਪਦੇਸ਼ ਅਨੁਸਾਰ ਸੋਚ ਸੁਭਾਅ ਤੇ ਜੀਵਨ ਨਹੀਂ ਹੈ। ਸਰਪ ਕੀ ਜੂਨ ਗਿਆ, ਹੈ ਤਾਂ ਸਰੀਰ ਦੇ ਮਨੁੱਖੀ ਸਰੀਰ ਦੇ ਵਿੱਚ ਬਾਦਸ਼ਾਹ ਕਹਾ ਰਿਹਾ, ਅਮੀਰ ਕਹਾ ਰਿਹਾ, ਮਨ ਉਹਦਾ ਸੱਪ ਵਾਂਗੂ ਜਿਉ ਰਿਹਾ। ਹੁਣ ਸੱਪ ਕੋਲੇ ਕੀ ਹੁੰਦਾ, ਜ਼ਹਿਰ ਹੁੰਦੀ ਹੈ, ਸੱਪ ਜ਼ਹਿਰ ਹੀ ਬਣਦਾ ਹੈ, ਸੱਪ ਮੌਤ ਬਣਦਾ ਹੈ। ਅਗਰ ਕੋਈ ਵੱਡਾ ਅਮੀਰ ਬਣ ਕੇ ਇੰਨਾ ਹੁਕਮ ਚੱਲਦਾ ਕਿ ਸਰਕਾਰ ਨੂੰ ਵੀ ਆਪਣੇ ਹੱਥ ਵਿੱਚ ਕਰ ਲਿਆ, ਅਮੀਰਾਂ ਦੀ ਲਿਸਟ ਵਿੱਚ ਆ ਗਿਆ, ਸਰਕਾਰ ਤੋਂ ਇਸ ਤਰ੍ਹਾਂ ਦੇ ਫੈਸਲੇ ਲੈਂਦਾ ਹੈ, ਪਤਾ ਨਹੀਂ ਕਿਤਨਿਆਂ ਕੁ ਦੇ ਰਿਜ਼ਕ ਮਾਰ ਦਿੰਦਾ ਹੈ। ਇਹ ਸੱਪ ਪ੍ਰਵਿਰਤੀ ਹੈ, ਆਖੋ ਸੱਪ ਦੀ ਜੂਨ ਹੈ। ਪਤਾ ਨਹੀਂ ਕਿਤਨੀਆਂ ਇੰਡਸਟਰੀਆਂ ਫੇਲ ਕਰ ਦਿੰਦਾ ਹੈ। ਕਦੀ ਕਦਾਈ ਤੇ ਕੋਈ ਅਮੀਰ ਰੱਬ ਦੇ ਭੈ ਨੂੰ ਚੁੱਕ ਕੇ ਕਿਸੇ ਦੇਸ਼ ਦਾ ਇਤਨਾ ਪੈਸਾ ਖਾ ਕੇ, ਲੋਨ ਚੁੱਕ ਕੇ, ਬੈਂਕ ਕਰਪਸੀ ਦੇ ਵਿੱਚ ਦੇਸ਼ ਛੱਡ ਕੇ ਭੱਜ ਜਾਂਦਾ ਹੈ, ਦੇਸ਼ ਦੀ ਇਕੋਨਮੀ ਨੂੰ ਵੀ, ਉਹਦੀ ਡਿਵੈਲਪਮੈਂਟ ਨੂੰ ਮੌਤ ਦੇ ਦਿੱਤੀ। ਇਹ ਸੱਪ ਦੀ ਜੂਨੀ ਆਖੋ। ਗੁਰਮਤਿ ਦੇ ਵਿੱਚ ਇਨਸਾਨ ਦਾ ਸਰੀਰ ਹੈ, ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ, ਮਨ ਦਾ ਪਸ਼ੂ ਪ੍ਰਵਿਰਤੀਆਂ ਵਿੱਚ, ਜਾਨਵਰ ਪ੍ਰਵਿਰਤੀਆਂ 'ਚ ਨਹੀਂ ਜਾਣਾ ਚਾਹੀਦਾ। ਸਤਿਗੁਰੂ ਕਹਿੰਦੇ ਬਾਹਰ ਤੇ ਅਮੀਰ ਹੈ, ਬਾਦਸ਼ਾਹ ਹੈ, ਅੰਦਰ ਰੱਬ ਦਾ ਭੈ, ਰੱਬ ਦਾ ਪਿਆਰ ਨਾ ਹੋਣ ਕਰਕੇ ਅੰਦਰੋਂ ਮਨ ਸੱਪ ਦੀ ਜੂਨੀ ਜਿਉ ਰਿਹਾ, ਆਖੋ ਵਾਹਿਗੁਰੂ। ਸਰਪ ਕੀ ਜੂਨ ਗਿਆ, ਇਸ ਤਰ੍ਹਾਂ ਦੀ ਜੂਨੀ ਜਿਉਂ ਕੇ, ਇਸ ਤਰ੍ਹਾਂ ਦੇ ਵਰਤਾਰੇ ਵਿੱਚ ਜਿਉਂ ਕੇ ਸੰਸਾਰ ਤੋਂ ਜਾਂਦਾ ਹੈ। ਬਹੁਤ ਧਨਾੜ ਅਚਾਰਵੰਤ ਸ਼ੋਭਾ ਨਿਰਮਲ ਰੀਤ, ਹੁਣ ਇੱਕ ਹੋਰ ਪੱਖ ਦਿੱਤਾ, ਉਹ ਅਮੀਰੀ ਦਾ ਨੈਗੇਟਿਵ ਪੱਖ ਸੀ,
ਇਹ ਪੋਜ਼ੀਟਿਵ ਪੱਖ। ਬਹੁਤ ਵੱਡਾ ਅਮੀਰ ਬਣ ਗਿਆ, ਵਿਚਾਰਵੰਤ, ਚੰਗੇ ਕੰਮ ਕਰਦਾ ਹੈ, ਉਹਦੀ ਵਡਿਆਈ ਹੋ ਰਹੀ ਹੈ, ਸ਼ੋਭਾ, ਨਿਰਮਲ ਰੀਤ, ਪੁੰਨ ਦਾਨ ਕਰਦਾ ਹੈ, ਭਲਾ ਕਰਦਾ ਹੈ, ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ, ਮਾਤਾ ਪਿਤਾ ਨਾਲ ਬੜੀ ਗੂੜੀ ਪ੍ਰੀਤ ਹੈ, ਮਿੱਤਰਾਂ ਦੋਸਤਾਂ ਨਾਲ ਬੈਠਦਾ ਹੈ, ਲਸ਼ਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ, ਉਹਦੇ ਕੋਲੇ ਲਾ ਲਸ਼ਕਰ ਹੈ, ਬਹੁਤ ਸਾਰੀਆਂ ਫੌਜਾਂ ਨੇ, ਹਥਿਆਰਬੰਦ ਫੌਜਾਂ ਨੇ, ਸਾਰੇ ਉਹਨੂੰ ਜਿਉ ਜਿਉ ਕਰਦੇ ਨੇ, ਜੀ ਹਜ਼ੂਰੀ ਹੁੰਦੀ ਹੈ। ਚੇਤਨ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ, ਅੰਦਰ ਰੱਬ ਦਾ ਭੈ ਨਹੀਂ, ਰੱਬ ਦਾ ਪਿਆਰ ਨਹੀਂ, ਤੇ ਰੱਬ ਨੇ ਉਹਨੂੰ ਅੰਦਰੋਂ ਨਰਕ ਵਿੱਚ ਸੁੱਟਿਆ ਹੋਇਆ। ਇਹ ਨਰਕ ਕਿਹੜਾ ਹੈ, ਰਸਾਤਲ ਕਿਹੜਾ ਹੈ, ਇਹਨੂੰ ਸਮਝੀਏ। ਇਹ ਜਿਉਂਦੇ ਜੀ ਦੀਆਂ ਗੱਲਾਂ ਨੇ, ਯਾਦ ਰੱਖਿਓ, ਸਾਡੀ ਜ਼ਿੰਦਗੀ ਨਾਲ ਸੰਬੰਧਿਤ ਰੈਲੇਵੈਂਟ ਨੇ ਗੁਰਬਾਣੀ ਦੇ ਉਪਦੇਸ਼। ਇਸ ਦੀ ਵਿਆਖਿਆ ਇੱਕ ਹੋਰ ਪੰਕਤੀ ਵਿੱਚ ਪਈ ਹੈ, ਵੱਡੇ ਵੱਡੇ ਜੋ ਦੀਸੈ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਉਹਨਾਂ ਦੇ ਅੰਦਰ ਚਿੰਤਾ ਦਾ ਨਰਕ ਹੈ। ਇੱਕ ਗਰੀਬ ਵਿਚਾਰਾ ਦਿਹਾੜੀ ਕਰਦਾ ਹੈ, ਉਹਨੂੰ ਖਬਰ ਮਿਲਦੀ ਹੈ ਅੱਜ ਤੈਨੂੰ ਛੁੱਟੀ ਕਰਨੀ ਪਏਗੀ, ਅੱਜ ਮੌਸਮ ਠੀਕ ਨਹੀਂ ਹੈ, ਅੱਜ ਦੀ ਉਹਦੀ ਦਿਹਾੜੀ ਮਰ ਗਈ, ਛੋਟਾ ਜਿਹਾ ਘਾਟਾ ਪਿਆ, ਪਰਿਵਾਰ ਨੂੰ ਕਹਿੰਦਾ ਕੋਈ ਗੱਲ ਨਹੀਂ, ਕੱਲ ਨੂੰ ਮਿਹਨਤ ਕਰਾਂਗਾ, ਰੋਟੀ ਕਮਾ ਲਿਆਵਾਂਗਾ। ਛੋਟਾ ਘਾਟਾ ਸੀ, ਛੋਟਾ ਦੁੱਖ ਸੀ, ਮੈਨੇਜ ਕਰ ਲੈਂਦਾ ਹੈ। ਇੱਕ ਅਮੀਰ ਨੂੰ ਘਾਟਾ ਪੈਂਦਾ, ਤੈਨੂੰ ਬ੍ਰਿਲੀਅਨ ਡਾਲਰ ਦਾ ਘਾਟਾ ਪੈ ਗਿਆ, ਉਹਨੂੰ ਹਾਰਟ ਅਟੈਕ ਹੋ ਜਾਂਦਾ ਆਖੋ ਵਾਰੀ। ਕਿਸੇ ਅਮੀਰ ਦੀ ਅਮੀਰੀ ਨੂੰ ਨਾ ਦੇਖਿਓ, ਉਹਦੇ ਜੀਵਨ ਵਿੱਚ, ਉਹਦੇ ਘਰ ਵਿੱਚ ਦੇਖਿਓ, ਉਹਦੇ ਬੱਚੇ ਕਿੰਨੇ ਕੁ ਆਗਿਆਕਾਰ ਨੇ, ਉਹਦੇ ਘਰ ਵਿੱਚ ਇੱਕ ਦੂਸਰੇ ਪ੍ਰਤੀ ਅੰਡਰਸਟੈਂਡਿੰਗ ਕਿੰਨੀ ਕੁ ਹੈ। ਇਹ ਆਪਸੀ ਅੰਡਰਸਟੈਂਡਿੰਗ ਨਹੀਂ, ਬੱਚੇ ਆਗਿਆਕਾਰੀ ਨਹੀਂ, ਘਰ 'ਚੋਂ ਗੁਰਮਤ ਗੁਰਬਾਣੀ ਗੁਰਸਿੱਖੀ ਗਵਾ ਲਏ ਨੇ, ਫਿਰ ਅੰਦਰੋਂ ਚਿੰਤਾ ਦੇ ਨਰਕ ਵਿੱਚ ਜਿਉਂਦੇ ਨੇ ਆਖੋ ਵਾਰੀ। ਇੱਕ ਹੋਰ ਸਿਚੁਏਸ਼ਨ ਪੇਸ਼ ਕੀਤੀ, ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ। ਨਾ ਕੋਈ ਰੋਗ ਹੈ, ਨਾ ਕੋਈ ਸਰੀਰ ਵਿੱਚ ਨੁਕਸ ਹੈ, ਨਾ ਕੋਈ ਚਿੰਤਾ ਹੈ। ਮਿਰਤ ਨ ਆਵੀ ਚਿੱਤ ਤਿਸ ਅਹਨਿਸ ਭੋਗੈ ਭੋਗ। ਸੁਖੀ ਬਸਦਾ ਹੈ, ਦੁਨਿਆਵੀ ਸੁੱਖ ਹੈ ਨੇ, ਸਹੂਲਤਾਂ ਹੈਗੀਆਂ ਨੇ, ਫੈਸਿਲਿਟੀ ਲਗਜ਼ਰੀ ਹੈ, ਤੰਦਰੁਸਤ ਹੈ, ਮੌਤ ਚੇਤੇ ਨਹੀਂ ਹੈ। ਮਿਰਤ ਨ ਆਵੀ ਚਿੱਤ ਤਿਸ, ਨਿਤ ਭੋਗ ਭੋਗਦਾ, ਐਸ਼ੋ ਇਸ਼ਰਤ ਵੀ ਜਿਉਂਦਾ ਹੈ। ਸਭ ਕੁਛ ਕੀਤੋ ਨੇ ਆਪਣਾ, ਜੀਏ ਨਾ ਸ਼ੰਕ ਧਰਿਆ, ਸਾਰਿਆਂ ਨੂੰ ਆਪਣਾ ਸਮਝਦਾ, ਕੋਈ ਸ਼ੰਕਾ ਨਹੀਂ ਉਹਦੇ ਮਨ ਵਿੱਚ। ਚਿਤ ਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ, ਤੇ ਉਹਨੂੰ ਰੱਬ ਚੇਤੇ ਨਹੀਂ ਹੈ, ਰੱਬ ਦਾ ਭੈ ਨਹੀਂ, ਰੱਬ ਦਾ ਪਿਆਰ ਨਹੀਂ, ਤੇ ਹੰਕਾਰ ਰੂਪੀ ਜਮ ਦੇ ਵਸ ਪਿਆ ਹੋਇਆ ਆਖੋ। ਨਫ਼ਰਤ ਰੂਪੀ ਜਮ ਦੇ ਵਸ ਪਿਆ ਹੋਇਆ, ਬੰਦੇ ਨੂੰ ਬੰਦਾ ਨਹੀਂ ਸਮਝ ਰਿਹਾ, ਸੋਚਦਾ ਜਿਵੇਂ ਮੈਂ ਚਾਹਾਂ ਉਵੇਂ ਹੋ ਜਾਵੇ, ਫੈਸਲੇ ਐਸੇ ਲੈਂਦਾ ਏ, ਦੂਸਰੇ ਦਾ ਫਿਊਚਰ ਤਬਾਹ ਕਰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ। ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਦੀ ਨਿਸ਼ਾਨੀ ਹੁੰਦੀ ਹੈ, ਜਦੋਂ ਗੁਰੂ ਰੂਪੀ ਸਾਧੂ ਦਾ ਸੰਗ ਮਿਲਦਾ, ਆਪ ਗੁਰੂ ਦੇ ਉਪਦੇਸ਼ ਪਿਆਰੇ ਲੱਗਦੇ ਨੇ, ਗੁਰੂ ਦੇ ਉਪਦੇਸ਼ ਅਨੁਸਾਰ ਚੱਲਣ ਦੀ ਭਾਵਨਾ ਜਾਗਦੀ ਹੈ। ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰ ਸਿਉ ਰੰਗ। ਜਿਉਂ-ਜਿਉਂ ਇਹ ਪਿਆਰ ਵੱਧਦਾ ਹੈ, ਭਾਵਨਾ ਵੱਧਦੀ ਹੈ, ਜਜ਼ਬਾ ਵੱਧਦਾ ਹੈ, ਲਗਨ ਵੱਧਦੀ ਹੈ, ਜਨੂਨ ਵੱਧਦਾ ਹੈ, ਤਿਉਂ-ਤਿਉਂ ਅੰਦਰ ਰਸ ਵੱਧਦਾ ਹੈ ਆਖੋ, ਤਿਉਂ-ਤਿਉਂ ਹਰੀ ਦੇ ਪਿਆਰ ਦੇ ਰੰਗ ਵਿੱਚ ਭਿੱਜਦਾ ਹੈ। ਇਹ ਰੱਬ ਦੇ ਨਾਮ ਦੀ ਖੁਆਰੀ ਵਿੱਚ ਜਿਉਂਦਾ ਹੈ, ਖੁਮਾਰੀ ਵਿੱਚ ਜਿਉਂਦਾ, ਉਹ ਇੱਕ ਵੱਖਰੇ ਆਨੰਦ ਵਿੱਚ ਜਿਉਂਦਾ ਹੈ, ਜਿਸ ਨੂੰ ਸ੍ਰੀ ਰਾਗ ਦੇ ਪਿਛਲੇ ਸ਼ਬਦਾਂ ਵਿੱਚ ਸੱਚ ਸਾਰਾ ਗੁੜ ਬਾਹਰਾ ਕਿਹਾ ਸੀ। ਉਹ ਸੱਚ ਦਾ ਨਸ਼ਾ, ਆਨੰਦ ਦਾ ਆਨੰਦ ਹੈ, ਰਸ ਹੈ। ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਭਾਓ। ਦੋ ਸਿਰੇ ਕਿਹੜੇ ਨੇ? ਇੱਕ ਚੰਗਾ ਪੱਖ, ਚੇਤਾਵਨ ਵਾਲਾ ਪੱਖ, ਇੱਕ ਬੁਰਾ ਪੱਖ, ਰੱਬ ਨੂੰ ਭੁਲਾਉਣ ਵਾਲਾ ਪੱਖ। ਦੋ ਪੱਖ ਨੇ, ਦੋ ਸਿਰੇ ਨੇ। ਇੱਕ ਰੱਬ ਦੇ ਭੈ ਵਿੱਚ ਜਿਉਣਾ, ਇੱਕ ਰੱਬ ਦੇ ਭੈ ਨੂੰ ਵਿਸਾਰ ਕੇ ਜਿਉਣਾ। ਇੱਕ ਰੱਬੀ ਮਾਰਗ ਤੇ, ਗੁਰੂ ਦੇ ਮਾਰਗ ਤੇ ਤੁਰਨਾ, ਇੱਕ ਮਨਮੁਖਤਾਈ ਦੇ ਮਾਰਗ ਤੇ ਤੁਰਨਾ। ਦੋ ਸਿਰੇ ਨੇ, ਇਸ ਲਈ ਇਹਨੂੰ ਦੋ ਨੀਹਾਂ ਕਹਿੰਦੇ ਨੇ। ਦੁਨੀਆ ਦੋ ਨੀਹਾਂ ਨੇ, ਜਾਂ ਗੁਰੂ ਦੇ ਪਿੱਛੇ ਲੱਗ ਕੇ ਗੁਰਮੁਖ ਬਣ ਕੇ ਜਿਉ ਲੈ,
ਜਾਂ ਮਨ ਦੇ ਪਿੱਛੇ ਲੱਗ ਕੇ ਮਨਮੁਖ ਬਣ ਕੇ ਜਿਉਣਾ ਹੈ। ਤੇ ਦੋਹਾਂ ਸਿਰਿਆਂ ਕਾ ਖਸਮ ਆਪ, ਚੱਲਣਾ ਰੱਬ ਦਾ ਨਿਜ਼ਮ ਹੈ। ਇੱਕ ਨਿਜ਼ਮ ਤੇ ਬਖਸ਼ਿਸ਼ ਮਿਲਣੀ, ਇੱਕ ਤੇ ਭਟਕਣਾ। ਜਪਜੀ ਸਾਹਿਬ ਵਿੱਚ ਹੁਕਮ ਦੀ ਵਿਆਖਿਆ ਵਿੱਚ ਆਇਆ ਸੀ ਸਾਰਾ। ਅਵਰ ਨਾ ਦੂਜਾ ਥਾਂ, ਰੱਬ ਦੇ ਨਿਜ਼ਮ ਤੋਂ ਨਹੀਂ ਭੱਜ ਸਕੇਗਾ। ਆਖੋ ਰੱਬ ਦੇ ਹੁਕਮ ਤੋਂ ਪਾਸੇ ਨਹੀਂ ਜਾ ਸਕੇਗਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਰੱਬ ਦਾ ਨਿਜ਼ਮ ਚੱਲਦਾ, ਉਹਦਾ ਪ੍ਰੋਸੈਸ, ਉਹਦਾ ਕਾਨੂੰਨ, ਉਹਦਾ ਲਾ ਚੱਲ ਰਿਹਾ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਮ। ਤਰੀਕਾ ਦੱਸ ਦਿੱਤਾ। ਗੁਰੂ ਸਾਹਿਬ ਕੋਲ ਜਾਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਝਾਤੀ ਮਾਰ। ਪਹਿਲਾਂ ਤਾਂ ਅੰਦਰ ਗੁਰ ਉਪਦੇਸ਼ ਦੇ ਮੋਤੀ ਮਿਲਣਗੇ, ਮੇਰੇ ਗੁਰੂ ਸਾਹਿਬ ਦੇ ਗੁਰ ਸਰੂਪ ਦੇ ਦੀਦਾਰ। ਐਸੇ ਦੀਦਾਰ ਹੋਣਗੇ, ਗੁਰ ਸਰੂਪ ਨੇ ਮੱਤ ਵਿੱਚ ਆ ਕੇ ਬੈਠ ਜਾਣਾ, ਗੁਰੂ ਦੇ ਉਪਦੇਸ਼ਾਂ ਨੇ ਯਾਦ ਆ ਜਾਣਾ, ਯਾਦਾਸ਼ਤ ਵਿੱਚ ਬੈਠ ਜਾਣਾ, ਤੇਰੀ ਮੈਮਰੀ ਪਾਵਰ ਵਿੱਚ ਬੈਠ ਜਾਣਾ। ਜਿੱਧਰ ਵੀ ਜਾਏਗਾ ਗੁਰ ਮੇਰਾ ਸੰਗ ਸਦਾ ਹੈ ਨਾਲ। ਫਿਰ ਉਹ ਗੁਰ ਉਪਦੇਸ਼ ਨੇ ਕਿਰਪਾ ਕਰਨੀ, ਹੋਰ ਅੰਦਰ ਝਾਤੀ ਮਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਗੁਰੂ ਦੀ ਆਵਾਜ਼ ਦੇ ਦਰਸ਼ਨ ਹੋਣੇ ਨੇ। ਉਹ ਆਵਾਜ਼ ਰੱਬੀ ਆਵਾਜ਼ ਹੈ, ਰੱਬ ਦੀ ਬਾਣੀ ਹੈ, ਬ੍ਰਹਮ ਦੀ ਬਾਣੀ ਹੈ, ਨਿਰੰਕਾਰ ਹੈ। ਵਾਹ ਵਾਹ, ਬਾਣੀ ਨਿਰੰਕਾਰ ਹੈ। ਗੁਰੂ ਸਾਹਿਬ ਕੀ ਕਹਿ ਰਹੇ ਨੇ? ਉਹ ਸਤਿਗੁਰ ਸਰੂਪ ਹੈ। ਸਤਿਗੁਰ ਸਰੂਪ ਨੂੰ ਜਿਉਂ-ਜਿਉਂ ਮੰਨੇਗਾ, ਉਹਦੀ ਕਿਰਪਾ ਹੋਣੀ ਹੈ। ਸਤਿਗੁਰ ਸਰੂਪ ਤੁੱਠਾ ਹੈ, ਖੁਸ਼ ਹੋ ਗਏ। ਵਾਹਿਗੁਰੂ ਜੀ, ਰੱਬ ਖੁਸ਼ ਹੋ ਗਿਆ, ਯਾਨੀ ਬਖਸ਼ਿਸ਼ ਮਿਲ ਗਈ। ਇਹ ਨਾਨਕ ਜੀ ਸੱਚਾ ਨਾਮ ਮਿਲ ਗਿਆ, ਗਿਆਨ ਰੂਪੀ ਨਾਮ, ਧਿਆਨ ਰੂਪੀ। ਗੁਰਬਾਣੀ ਦੇ ਉਪਦੇਸ਼ਾਂ ਨੇ ਸੁਭਾਅ ਤੇ ਅਸਰ ਕਰਨਾ ਹੈ, ਸੋਚ ਤੇ ਅਸਰ ਕਰਨਾ ਹੈ। ਸੁਭਾਅ ਨੇ ਗੁਰਮੁਖ ਬਣ ਜਾਣਾ ਹੈ। ਤਿੰਨ ਸਿਚੁਏਸ਼ਨ ਹੈ। ਸੁਭਾਅ ਗਿਰ ਗਿਆ ਤਾਂ ਮਨਮੁਖ ਬਣ ਗਿਆ, ਵਿਚਕਾਰ ਹੈ ਤਾਂ ਮਨੁੱਖੀ ਸੁਭਾਅ ਹੈ, ਜੇ ਹਿਊਮਨ ਬੀਇੰਗ ਉੱਪਰ ਉੱਠਿਆ ਤਾਂ ਗੁਰਮੁਖ ਸੁਭਾਅ ਬਣ ਗਿਆ। ਗੁਰੂ ਦੇ ਉਪਦੇਸ਼ਾਂ ਨੇ ਸੋਚ ਤੇ ਵੀ ਅਸਰ ਕਰਨਾ। ਸੋਚ ਗਿਰ ਗਈ ਤਾਂ ਖੋਟੀ ਮੱਤ ਬਣ ਗਈ। ਜੇ ਲੈਵਲ ਮੀਡੀਅਮ ਲੈਵਲ ਹੈ ਤਾਂ ਫਿਰ ਇਨਸਾਨੀਅਤ ਮੱਤ ਹੈ, ਆਮ ਇਨਸਾਨ ਵਾਂਗ ਐਜ ਏ ਹਿਊਮਨ ਬੀਇੰਗ ਸੋਚੇਗਾ। ਜੇ ਗੁਰੂ ਦੇ ਉਪਦੇਸ਼ਾਂ ਦਾ ਅਸਰ ਪੈ ਗਿਆ, ਅੰਦਰੋਂ ਮੱਤ ਡਿਵੈਲਪ ਹੋ ਗਈ, ਫਿਰ ਤੇਰੀ ਗੁਰਮਤ ਵਾਲੀ ਸੋਚ ਹੋ ਜਾਏਗੀ। ਨਜ਼ਰੀਆ ਗੁਰਬਾਣੀ ਦੇ ਗਿਆਨ ਦੇ ਝਰੋਖੇ ਵਿੱਚੋਂ ਹੋਏਗਾ। ਇਹ ਯਤਨ ਨੇ। ਅਰਥਾਂ ਸਮੇਤ ਸਹਿਜ ਪਾਠ ਕਰਨ ਦੇ ਅਰਥ ਹੈ ਅਸੀਂ ਸਿੱਖ ਹਾਂ, ਸਿੱਖਦੇ ਰਹਿਣਾ ਹੈ। ਇਹ ਸਿੱਖਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਬਹੁਤ ਵਿਦਵਾਨ ਸੱਜਣ ਬੈਠੇ ਨੇ ਕੌਮ ਅੰਦਰ, ਬਹੁਤ ਸਿਆਣੇ ਸੱਜਣ ਨੇ, ਸਿਆਣੀਆਂ ਸੰਸਥਾਵਾਂ ਬੈਠੀਆਂ ਨੇ। ਤੁਸੀਂ ਹੋਰ ਵੀ ਇਸ ਨੂੰ ਨਿਖਾਰ ਕੇ, ਹੋਰ ਵੀ ਮੇਰੇ ਤੋਂ ਵਧੀਆ ਸੋਚ, ਵਧੀਆ ਵਿਚਾਰ ਤੁਸੀਂ ਆਪ ਉਪਰਾਲਾ ਕਰਕੇ ਸੰਗਤਾਂ ਦੇ ਸਾਹਮਣੇ ਰੱਖ ਦੇਣਾ। ਇਹ ਤਾਂ ਤੁੱਛ ਜੀ ਬੁੱਧੀ ਦਾ ਹੈ। ਬਹੁਤ ਸਾਰੀਆਂ ਭੁੱਲਾਂ ਨੇ, ਬਹੁਤ ਸਾਰੀਆਂ ਊਣਤਾਈਆਂ ਨੇ। ਜਿਨ੍ਹਾਂ ਨੂੰ ਚੰਗਾ ਲੱਗਦਾ ਹੈ ਉਹਨਾਂ ਦੇ ਲਈ ਸੋਨੇ ਤੇ ਸੁਹਾਗਾ ਹੈ। ਪਰਿਵਾਰਾਂ ਸਮੇਤ ਬੈਠਦੇ ਹੋ, ਬੱਚਿਆਂ ਸਮੇਤ ਬੈਠਦੇ ਹੋ। ਸਤਿਗੁਰੂ ਕਿਰਪਾ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਮ ਜਿਮ ਵਰਸੈ